ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ। ਗਹਿਣੇ ਪੌਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ। ਸਗਲੀ ਧਰਤੀ ਮਾਲ ਧਨ, ਵਰਤਣ ਸਰਬ ਜੰਜਾਲ। ਨਾਨਕ ਮੁਸੈ ਗਿਆਨ ਵਿਹੂਣੀ, ਖਾਏ ਗਿਆ ਜਮ ਕਾਲ। ਨਾਨਕ ਮੁਸੈ ਗਿਆਨ ਵਿਹੂਣੀ, ਖਾਏ ਗਿਆ ਜਮ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਹਜ਼ੂਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਦੀ 5ਵੀਂ ਪੌੜੀ, ਔਰ ਇਸ ਪੌੜੀ ਨਾਲ ਜੋ ਪਹਿਲਾ ਸ਼ਲੋਕ ਹੈ, ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਸ਼ਲੋਕ ਦੇ ਅੰਦਰ ਜੋ ਰੱਬੀ ਰਾਸ ਹੈ, ਜੋ ਪਾਰ ਬ੍ਰਹਮ ਪਰਮੇਸ਼ਵਰ ਵੱਲੋਂ ਰਾਸ ਲੀਲਾ ਕੀਤੀ ਜਾ ਰਹੀ ਹੈ, ਉਸ ਸਰਬ ਵਿਆਪੀ ਰਾਸ ਦਾ ਜ਼ਿਕਰ ਕੀਤਾ। ਤੇ ਜੋ ਇਸ ਤੋਂ ਅਗਲੇਰਾ ਸ਼ਲੋਕ ਹੈ, ਉਸ ਵਿੱਚ ਗੁਰਦੇਵ ਨੇ ਭੇਖਧਾਰੀ, ਪਖੰਡੀ ਔਰ ਰਾਸ ਲੀਲਾ ਦੇ ਨਾਮ ਥੱਲੇ ਉਦਰ ਪੂਰਤੀ ਕਰਨ ਵਾਲੇ ਲੋਕਾਂ ਦਾ ਜ਼ਿਕਰ ਕੀਤਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਸ ਵਿੱਚ ਰਾਸ ਦਾ ਜ਼ਿਕਰ ਕਰਦਿਆਂ ਗੋਪੀਆਂ ਦਾ, ਗਵਾਲਿਆਂ ਦਾ, ਕ੍ਰਿਸ਼ਨ ਜੀ ਦਾ, ਗਹਿਣਿਆਂ ਦਾ, ਸਭ ਕਾਸੇ ਦਾ ਜ਼ਿਕਰ ਕੀਤਾ ਹੈ। ਦਾਸ ਇੱਕ ਬੇਨਤੀ ਕਰ ਦੇਵੇ ਕਿ ਅਸਲ 'ਚ ਇੱਕ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਹੁੰਦਾ ਰਾਸ ਮੰਡਲ। ਰਾਸ ਮੰਡਲ ਸਤਿਗੁਰਾਂ ਨੇ ਬਚਨ ਵੀ ਕੀਤਾ, ਰਾਸ ਮੰਡਲ ਕੀਨੋ ਆਖਾਰਾ। ਅਸਲ 'ਚ ਰਾਸ ਮੰਡਲ ਦਾ ਅਰਥ ਹੁੰਦਾ ਹੈ ਕਿ ਗੋਲ ਦਾਇਰਾ। ਫਿਰ ਬੇਨਤੀ ਸੁਣਿਓ, ਰਾਸ ਦਾ ਅਰਥ ਗੁਰੂ ਗ੍ਰੰਥ ਸਾਹਿਬ 'ਚ ਪੂੰਜੀ ਵੀ ਹੈ, ਰਾਸ ਦਾ ਅਰਥ ਕਾਰਜ ਦੀ ਸਫਲਤਾ ਵੀ ਹੈ। ਪਰ ਇੱਥੇ ਜਿਹੜਾ ਸ਼ਬਦ ਦਾਸ ਵਰਤ ਰਿਹਾ ਹੈ, ਰਾਸ ਮੰਡਲ ਦਾ ਅੱਖਰੀ ਅਰਥ, ਸ਼ਾਬਦਿਕ ਅਰਥ ਹੈ ਗੋਲ। ਕੀ ਕਰਨਾ ਕਿ ਇੱਕ ਨੇ ਕਾਨ ਬਣ ਜਾਣਾ, ਕ੍ਰਿਸ਼ਨ ਬਣ ਜਾਣਾ, ਤੇ ਕੁਛ ਬੀਬੀਆਂ ਨੇ, ਔਰਤਾਂ ਨੇ ਗੋਪੀਆਂ ਬਣ ਜਾਣਾ। ਤੇ ਇਹ ਗੋਲ ਦਾਇਰੇ ਦੇ ਵਿੱਚ ਕ੍ਰਿਸ਼ਨ ਵਿਚਕਾਰ ਖਲੋਂਦਾ ਹੈ, ਤੇ ਉਹ ਬੀਬੀਆਂ, ਉਹ ਗੋਪੀਆਂ, ਉਹ ਗੋਪੇ ਗਵਾਲੇ ਜਿਹੜੇ ਨੇ ਸਖੇ, ਉਹ ਗੋਲ ਦਾਇਰੇ ਦੇ ਅੰਦਰ ਚੱਕਰ ਲਾਉਂਦੇ ਨੇ। ਤੇ ਨਾਲੇ ਉਹ ਕ੍ਰਿਸ਼ਨ ਜੀ ਦੀ ਸਿਫਤ ਦੇ, ਉਹਦੇ ਬਾਲ ਉਮਰ ਵੀ ਜਿਹੜੇ ਕੌਤਕ ਵਰਤੇ ਨੇ, ਉਹ ਸਾਂਗ ਰਚਾ ਰਚਾ ਕੇ ਉਹ ਗੀਤ ਗਾਉਂਦੇ ਨੇ। ਫਿਰ ਬੇਨਤੀ ਸੁਣਿਓ, ਕਿਉਂਕਿ ਇਸ ਸ਼ਬਦ ਨੂੰ ਸੁਣਾਂਗੇ ਤਾਂ ਸਮਝ ਪਏਗੀ ਵੀ ਘੜੀਆਂ ਸ਼ਬਦ ਕਿਉਂ ਵਰਤਿਆ, ਪਹਿਰ ਸ਼ਬਦ ਕਿਉਂ ਵਰਤਿਆ, ਪੌਣ ਪਾਣੀ ਬੈਸੰਤਰ ਸ਼ਬਦ ਕਿਉਂ ਵਰਤਿਆ। ਉਹ ਗੋਲ ਦਾਇਰੇ ਵਿੱਚ ਖੜੇ ਹੋ ਜਾਂਦੇ ਨੇ।
ਅੱਜ ਵੀ ਰਾਸਧਾਰੀ ਇਸ ਤਰ੍ਹਾਂ ਕਰਦੇ ਨੇ ਕਿ ਕ੍ਰਿਸ਼ਨ ਦਾ ਭੇਖ ਬਣਾ ਕੇ ਵਿੱਚ ਕੋਈ ਖਲੋ ਜਾਂਦਾ ਹੈ, ਬਾਕੀ ਜਿਹੜੇ ਸਖੇ ਨੇ, ਜਿਹੜੀਆਂ ਸਖੀਆਂ ਨੇ, ਗੋਪੀਆਂ ਨੇ, ਉਹ ਗੋਲ ਦਾਇਰੇ ਦੇ ਅੰਦਰ ਚਾਰ ਚੁਫੇਰੇ ਨੱਚਦੇ ਨੇ ਤੇ ਨਾਲੇ ਪ੍ਰੇਮ ਵਿੱਚ ਮਗਨ ਹੋ ਕੇ ਉਹਦੇ ਗੀਤ ਗਾਉਂਦੇ ਨੇ। ਇਹ ਕੋਈ ਸਮਾਂ ਪ੍ਰਚਲਿਤ ਰਿਹਾ। ਮੈਂ ਇਸ ਸੰਬੰਧੀ ਨਹੀਂ ਬੇਨਤੀ ਕਰਨੀ, ਖਾਸ ਕਰਕੇ ਚੇਤੰਨਿਆ ਪ੍ਰਭੂ ਹਿੰਦੁਸਤਾਨ ਵਿੱਚ। ਮੈਂ ਕੱਲ੍ਹ ਵੀ ਇੱਕ ਅਰਜ਼ ਕੀਤੀ ਸੀ ਸਮਾਪਤੀ 'ਤੇ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਜਦੋਂ ਆਪਾਂ ਡੁੱਬਾਂਗੇ, ਸਾਨੂੰ ਬਹੁਤ ਕੁਝ ਉਹ ਗਿਆਨ ਪੜ੍ਹਨ ਨੂੰ, ਸੁਣਨ ਨੂੰ, ਵਿਚਾਰਨ ਨੂੰ ਮਿਲੇਗਾ ਜਿਹੜਾ ਅਸੀਂ ਸਵੈਕਨ ਰੋਜ਼ ਪੜ੍ਹੀ ਜਾਂਦੇ ਹਾਂ, ਪਰ ਖਿਮਾ ਕਰਿਓ ਉਹਦੇ ਗਹਿਰੇ ਅਰਥਾਂ ਦਾ ਸਾਨੂੰ ਪਤਾ ਨਹੀਂ। ਹੁਣ ਮੈਂ ਫਿਰ ਬੇਨਤੀ ਕਰਾਂਗਾ, ਇਹ ਕ੍ਰਿਸ਼ਨ ਲੀਲਾ ਖਾਸ ਕਰਕੇ ਵੱਲਭਚਾਰੀਆ, ਮਹਾਂ ਚੇਤੰਨਿਆ ਪ੍ਰਭੂ, ਇਹਨਾਂ ਲੋਕਾਂ ਨੇ ਸ਼ੁਰੂ ਕੀਤੀ। ਇਹਦਾ ਮਤਲਬ ਇਹ ਸੀ ਕਿ ਲੋਕਾਂ ਨੂੰ ਕ੍ਰਿਸ਼ਨ ਦੇ ਇਤਿਹਾਸ ਤੋਂ, ਉਸ ਦੀਆਂ ਲੀਲਾਵਾਂ ਤੋਂ, ਉਹਦੇ ਕੌਤਕਾਂ ਤੋਂ ਜਾਣੂ ਕਰਾਇਆ ਜਾਏ। ਪਰ ਸਮਾਂ ਆਇਆ ਕਿ ਇਹ ਕ੍ਰਿਸ਼ਨ ਲੀਲਾ, ਕ੍ਰਿਸ਼ਨ ਭਗਤ ਕਰਦੇ ਕਰਦੇ ਇਹ ਇੱਕ ਪ੍ਰੋਫੈਸ਼ਨ ਬਣ ਗਿਆ। ਦੇਖੋ, ਇਹ ਜੇ ਆਪਣੇ ਤੇ ਟੁਕਾ ਕੇ ਦੇਖਾਂਗੇ ਤੇ ਸਾਡੇ ਤੇ ਵੀ ਟੁਕੇਗਾ। ਸੱਚ ਜੇ ਕੀਰਤਨ ਇੱਕ ਰੱਬ ਦੀ ਭਗਤੀ ਹੈ, ਕੀਰਤਨ ਸੱਚੀ ਗੱਲ ਕੀਤਾ ਨਹੀਂ, ਕਥਾ ਇੱਕ ਪਰਮਾਤਮਾ ਦੀ ਸਿਫਤ ਹੈ। ਇਹ ਕੇਵਲ ਰੋਟੀ ਦਾ ਸਾਧਨ ਨਹੀਂ। ਪਾਠ, ਸਿਮਰਨ, ਭਜਨ, ਬੰਦਗੀ, ਸੇਵਾ, ਮੈਂ ਫਿਰ ਬੇਨਤੀ ਕਰ ਲੱਗਾ, ਇਹ ਸਿਰਫ ਤਾਂ ਸਿਰਫ ਨਿਰੋਲ ਪਰਿਪੂਰਨ ਪਰਮਾਤਮਾ ਨਾਲ ਜੁੜਨ ਦਾ ਸਾਧਨ ਹੈ। ਪਰ ਮੰਨ ਲਓ ਜੇ ਨੱਕ, ਨੱਥ, ਖਸਮ, ਹੱਥ ਕਿਰਤ ਧੱਕੇ ਦੇ, ਪਰ ਇਸ ਨੂੰ ਕਮਾਉਂਦੇ ਹੋਏ ਵੀ ਅੰਦਰੋਂ ਭੈ ਭਾਵਨੀ ਰੱਖੇ, ਸੱਚ ਇਹ ਉਹਦਾ ਗਾਇਆ, ਸੁਣਿਆ, ਪੜ੍ਹਿਆ ਤੇ ਵਿਚਾਰਿਆ ਹੋਇਆ ਵੀ ਥਾਂ ਪੈ ਜਾਏਗਾ। ਫਿਰ ਕੀ ਹੋਇਆ, ਜਿਹੜੇ ਭਗਤ ਸਨ ਉਹਨਾਂ ਤੋਂ ਬਾਅਦ ਆ ਗਏ ਰਾਸਧਾਰੀ। ਇਹਨਾਂ ਦੀਆਂ ਬਕਾਇਦਾ ਮੰਡਲੀਆਂ ਬਣ ਗਈਆਂ। ਇਹ ਰਾਸਧਾਰੀ ਮੰਡਲੀਆਂ ਬਣਾ ਬਣਾ ਕੇ ਰਾਸ ਰਚਾਉਂਦੇ ਸਨ। ਪਹਿਲਾਂ ਇਹ ਦੱਖਣ ਵਾਲੇ ਪਾਸੇ ਸਨ, ਯੂਪੀ ਵੱਲ ਬਹੁਤ ਸੀ, ਪਰ ਇੱਕ ਦੌਰ ਐਸਾ ਵੀ ਆਇਆ, ਖਾਸ ਕਰਕੇ ਸ਼੍ਰੀ ਅੰਮ੍ਰਿਤਸਰ ਔਰ ਗੁਰਦਾਸਪੁਰ ਦੀ ਧਰਤੀ ਤੇ ਵੀ ਰਾਸਧਾਰੀਆਂ ਨੇ ਬਹੁਤ ਰਾਸ ਲੀਲਾਵਾਂ ਕੀਤੀਆਂ। ਗੁਰੂ ਨਾਨਕ ਸਾਹਿਬ ਦੇ ਵੇਲੇ ਤੱਕ ਇਹ ਰਾਸ ਲੀਲਾ ਇੱਕ ਪ੍ਰੋਫੈਸ਼ਨ ਬਣ ਚੁੱਕਾ ਸੀ। ਜਿਹੜਾ ਉਸਤਾਦ ਸੀ ਉਹ ਸੱਚਮੁੱਚ ਚੇਲਿਆਂ ਦੀ ਗਾਇਕੀ ਤੇ ਚੇਲਿਆਂ ਦੇ ਸਾਜ਼ ਵਜਾਉਣ ਦੇ ਉੱਤੇ ਨੱਚਦਾ ਹੁੰਦਾ ਸੀ। ਉਹਨੇ ਇਹੋ ਜਿਹਾ ਹਾਵ ਭਾਵ ਕਰਨੇ ਕਿ ਰਾਸ ਜਿਸ ਨੇ ਗੂੜ ਗਿਆਨ ਦੇਣਾ ਸੀ, ਪਿਆਰਿਓ, ਉਹ ਗਿਆਨ ਤੋਂ ਵਿਹੂਣੀ ਹੋ ਗਈ ਤੇ ਲੋਕ ਆਉਂਦੇ ਨੇ, ਰਾਸਧਾਰੀਆਂ ਦੀ ਹਰਕਤ, ਐਕਸ਼ਨ ਦੇਖਦੇ ਨੇ ਤੇ ਮਜ਼ਾਕ ਇੱਕ ਦੂਜੇ ਨੂੰ ਮਖੌਲ, ਠੱਠਾ, ਹਾਸਾ ਕਰਕੇ ਵਾਪਸ ਆਪਣੇ ਘਰਾਂ ਨੂੰ ਚਲੇ ਜਾਂਦੇ। ਬੇਨਤੀ ਹੈ, ਪਰ ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ। ਦੇਖੋ, ਗੁਰੂ ਨੇ ਹਰ ਚੀਜ਼ ਦੇ ਅਰਥ ਚੇਂਜ ਕਰ ਦਿੱਤੇ। ਇੱਥੇ ਵੀ ਜਦੋਂ ਅਸੀਂ ਇਸ ਸ਼ਲੋਕ ਨੂੰ ਵਿਚਾਰਾਂਗੇ ਹੈਰਾਨ ਹੋਵਾਂਗੇ, ਕੈਸੀ ਉੱਚੀ ਸੁਰਤ ਲੈ ਗਏ ਸਤਿਗੁਰੂ ਜੀ ਆਪਣੇ ਸਿੱਖ ਦੀ। ਮੈਂ ਇਹਨੂੰ ਕਹਿਣ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਚਾਹੁੰਦਾ, ਖਾਸ ਕਰਕੇ ਰਾਸ ਲੀਲਾ ਤੇ ਆਰਤੀ ਦਾ ਸ਼ਬਦ, ਇਹਨੂੰ ਸਾਹਮਣੇ ਰੱਖ ਕੇ ਜਦੋਂ ਅਰਥ ਕਰਾਂਗੇ ਤੇ ਮੇਰਾ ਖਿਆਲ, ਕਿਉਂਕਿ ਰਾਸ ਲੀਲਾ ਵਾਲਾ ਜਿਹੜਾ ਸ਼ਬਦ ਹੈ ਪਰਮਾਤਮਾ ਦੀ ਰਚੀ ਕੋਈ ਰਾਸ ਮੰਡਲ, ਇਹਦੀ ਸਮਝ ਸੌਖੀ ਪੈ ਜਾਏਗੀ ਜੇ ਆਪਾਂ ਆਰਤੀ ਦੇ ਸ਼ਬਦ ਨੂੰ ਥੋੜ੍ਹਾ ਜਿਹਾ ਵਿਚਾਰ ਲਵਾਂਗੇ। ਕਿਉਂਕਿ ਆਰਤੀ ਦਾ ਸ਼ਬਦ ਤਾਂ ਤਕਰੀਬਨ ਸੋਹਿਲਾ ਸਾਹਿਬ ਦੀ ਬਾਣੀ 'ਚ ਰੋਜ਼ ਪੜ੍ਹਿਆ ਜਾਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਜਿਹੜੇ ਲੋਕ ਧਰਮ ਦੇ ਨਾਮ ਤੇ ਬਾਹਰ ਕਰਮ ਕਰਦੇ ਸਨ, ਕਈ ਵਾਰੀ ਸੱਚ ਇਹ ਜੇ ਧਰਮ ਦੇ ਨਾਮ ਤੇ ਕਰਮ ਕਰਦਿਆਂ ਕਰਦਿਆਂ ਅੰਦਰੋਂ ਤੱਤ ਗਵਾਚ ਜਾਂਦਾ ਹੈ ਤੇ ਕੇਵਲ ਬਾਹਰ ਦਾ ਛਿਲਕਾ, ਫੋਗ ਸ਼ਬਦ ਵਰਤ ਲਵਾਂ, ਬਾਹਰ ਦਾ ਕੇਵਲ ਇੱਕ ਵਿਖਾਵਾ ਰਹਿ ਜਾਂਦਾ ਹੈ। ਜਿੱਥੇ ਪਿਆਰਿਓ ਅਸਲੀ ਤੱਤ ਗਵਾਚ ਜਾਏ, ਕੇਵਲ ਵਿਖਾਵਾ ਰਹਿ ਜਾਏ, ਉਹ ਕੋਈ ਵੀ ਕਰਮ ਹੋਵੇ ਉਹ ਲੇਖੇ ਨਹੀਂ ਪੈਂਦਾ। ਫਿਰ ਬੇਨਤੀ ਸੁਣਿਓ, ਮੈਂ ਉਦਾਹਰਨ ਇੱਕ ਤੁਹਾਨੂੰ ਦੇਣਾ, ਥੋੜ੍ਹਾ ਜਿਹਾ ਟਿਕਾ ਬਖਸ਼ਿਓ ਆਪ ਜੀ। ਇੱਕ ਪਾਸੇ ਕਬੀਰ ਸਾਹਿਬ ਆਵਾਜ਼ ਦਿੰਦੇ ਨੇ ਕਿ ਤੂੰ ਰੋਜ਼ ਮਸਜਿਦ ਦੇ ਬਨੇਰੇ ਤੇ ਖਲੋਨਾ ਤੇ ਉੱਚੀ ਸਾਰੀ ਬਾਂਗ ਦੇਣਾ, ਆਵਾਜ਼ ਦੇਣਾ, ਪਰ ਕਹਿੰਦੇ ਨੇ ਜਿਨ੍ਹਾਂ ਨੂੰ ਤੂੰ ਬਾਂਗ ਦੇ ਕੇ ਕਹਿ ਰਹੇ, ਹਾਲਾਂਕਿ ਕਿਹਾ ਜਾਂਦਾ ਬਾਂਗ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਨਮਾਜ਼ ਦਾ ਵਕਤ ਹੋ ਗਿਆ, ਲੋਕੋ ਮਸੀਤ ਵਿੱਚ ਪਹੁੰਚੋ, ਪਰ ਨਮਾਜ਼ ਵੀ ਪੜ੍ਹਨ ਤੋਂ ਪਹਿਲਾਂ ਬਾਂਗ ਦੇ ਲਫ਼ਜ਼ ਇਹੀ ਨੇ, ਅੱਲਾਹੂ ਅਕਬਰ, ਖਾਸ ਕਰਕੇ ਇਹਦਾ ਅਰਥ ਹੈ ਅੱਲਾਹ ਹੀ ਸਭ ਤੋਂ ਵੱਡਾ ਹੈ। ਸਤਿਗੁਰੂ ਕਹਿੰਦੇ ਨੇ ਤੂੰ ਆਪਣੇ, ਕਬੀਰ ਸਾਹਿਬ ਕਹਿੰਦੇ ਨੇ ਆਪਣੇ ਕੰਨਾਂ 'ਚ ਉਂਗਲਾਂ ਦੇ, ਉੱਚੀ ਆਵਾਜ਼ ਵਿੱਚ ਬਾਂਗ ਦੇਣਾ, ਪਰ ਰੋਜ਼ ਰੋਜ਼ ਉੱਚੀ ਬੋਲਣ ਵਾਲਿਆ, ਰੱਬ ਅੱਲਾ ਖੁਦਾ ਬੋਲਾ ਨਹੀਂ,
ਕਦੀ ਬਨੇਰੇ ਤੋਂ ਥੱਲੇ ਉਤਰ, ਉੱਚੀਆਂ ਆਵਾਜ਼ਾਂ ਦੀ ਥਾਂ ਆਪਣੀ ਜ਼ਬਾਨ ਬੰਦ ਕਰਕੇ ਆਪਣੇ ਅੰਦਰੋਂ ਦੀ ਆਵਾਜ਼ ਸੁਣ। ਉਹ ਬੋਲਾ ਨਹੀਂ। ਧਿਆਨ ਨਾਲ ਸੁਣਿਓ ਜਰਾ, ਕਿਉਂਕਿ ਸ਼ਬਦ ਦੇ ਅਰਥ ਕਰਨ ਲਈ ਮੈਨੂੰ ਥੋੜੀ ਜਿਹੀ ਭੂਮਿਕਾ ਬਣਾਉਣੀ ਪੈਣੀ। ਉਹ ਸਲੋਕ ਹੈ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ। ਉਹ ਬੋਲਾ ਨਹੀਂ। ਜਾ ਕਾਰਨ ਤੂੰ ਬਾਂਗ ਦੇ, ਜਿਸ ਦੀ ਖਾਤਰ ਤੂੰ ਆਵਾਜ਼ਾਂ ਦੇ ਰਹੇ, ਦਿਲ ਹੀ ਭੀਤਰ ਜੋਏ। ਹੁਣ ਅੱਲਾਹੂ ਅਕਬਰ ਸ਼ਬਦ ਮਾੜਾ ਨਹੀਂ, ਪਰ ਜਦੋਂ ਵਾਰ-ਵਾਰ ਇਹ ਸ਼ਬਦ ਰਿਪੀਟ ਕਰੀ ਗਏ, ਅੰਦਰ ਵਾਲਾ ਸੁੱਕ ਗਿਆ, ਅੰਦਰ ਰਾਸੀ ਕੋਈ ਨਹੀਂ ਰਿਹਾ। ਸੱਚੀ ਗੱਲ। ਫਿਰ ਉਹ ਕਹਿੰਦੇ ਨੇ, ਕਿਉਂ ਉੱਚੀ ਆਵਾਜ਼ਾਂ ਦੇ ਰਹੇ ਹੈ? ਰੱਬ ਬੋਲਾ ਨਹੀਂ, ਤੂੰ ਆਪਣੇ ਅੰਦਰ ਨੂੰ ਜਗਾ, ਤੂੰ ਆਪਣੇ ਅੰਦਰੋਂ ਪੁਕਾਰ, ਉਹ ਤੇਰੀ ਅੰਦਰ ਬੈਠਾ ਆਵਾਜ਼ ਸੁਣਦਾ। ਹੁਣ ਦੇਖੋ, ਉਹ ਕਬੀਰ ਸਾਹਿਬ ਕਰਨ ਉੱਚੀ ਨਾ ਬੋਲ। ਕਿਉਂ ਉੱਚੀ ਬੋਲ ਰਹੇ ਤੂੰ? ਪਰ ਜਦੋਂ ਅਸੀਂ ਉਹਨਾਂ ਦੀ ਬਾਣੀ ਦਾ ਪਾਠ ਕਰਨੇ ਆ ਤੇ ਇੱਕ ਸ਼ਲੋਕ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਹੋਰ, ਜੇ ਕੋਈ ਇਨਸਾਨ ਚੁੱਪ ਕਰਕੇ ਬੈਠਾ ਤੇ ਉਹਨੂੰ ਕਹਿੰਦੇ ਨੇ ਖਾਮੋਸ਼ ਹੋ ਕੇ ਕਿਉਂ ਬੈਠਾ, ਕੀ ਉਦਾਸੀ ਪੈ ਗਈ ਤੈਨੂੰ? ਇੱਕ ਕੰਮ ਕਰ, ਉੱਚੀ ਸਾਰੀ ਆਵਾਜ਼ ਵਿੱਚ ਬੋਲ ਤੂੰ ਰਾਮ, ਪਤਾ ਨਹੀਂ ਸਵੇਰੇ ਸ਼ਾਮ ਤੂੰ ਕੂਕਦਾ ਰਹੇ ਤੇ ਕਿਹੜੇ ਵੇਲੇ ਤੇਰੀ ਕੂਕ ਸੁਣੀ ਜਾਏ। ਹੁਣ ਦੋਨਾਂ ਸ਼ਲੋਕਾਂ ਨੂੰ ਸਾਹਮਣੇ ਰੱਖੋ। ਜੇ ਇੱਕ ਪਾਸੇ ਰੱਬ ਬੋਲਾ ਨਹੀਂ ਤੇ ਦੂਜੇ ਪਾਸੇ ਉੱਚੀ ਬੋਲਣ ਦੀ ਕੀ ਲੋੜ? ਕਬੀਰ ਸਾਹਿਬ ਦੇ ਦੋਨੋਂ ਸ਼ਲੋਕ ਨੇ, ਮੁੱਲਾ ਮਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਤੇ ਉਹੀ ਮਹਾਂਪੁਰ ਕਹਿ ਰਹੇ ਨੇ, ਕਬੀਰ ਕੇਸੋ ਕੇਸੋ ਕੂਕੀਐ। ਹੁਣ ਕੂਕਣ ਦਾ ਅਰਥ ਕੀ ਹੈ? ਕੂਕਣ ਦਾ ਅਰਥ ਖਾਮੋਸ਼ੀ ਨਹੀਂ। ਅਸਲ 'ਚ ਜਿਹਨੂੰ ਕਹਿ ਰਹੇ ਨੇ ਚੁੱਪ ਕਰ, ਉਹ ਇੰਨਾ ਕੁ ਬੋਲ ਚੁੱਕਾ ਹੈ, ਬੋਲਣ ਵਿੱਚੋਂ ਰਾਸੀ ਮਰ ਗਿਆ ਹੈ। ਤੇ ਜਿਹਨੂੰ ਅਜੇ ਬੋਲਣ ਦੀ ਜਾਂਚ ਨਹੀਂ, ਕਹਿਣ ਲੱਗੇ ਉੱਚੀ ਬੋਲ, ਕਿਤੇ ਤੇਰੀ ਪੁਕਾਰ ਰੱਬ ਦੇ ਦਰ ਤੇ ਸੁਣੀ ਜਾਏ। ਦੋਨਾਂ 'ਚ ਅੰਤਰ ਹੈ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੈ, ਕਬੂ ਕੇ ਸੁਣੈ ਪੁਕਾਰ, ਕਦੀ ਤੇਰੀ ਪੁਕਾਰ ਸੁਣੀ ਜਾਏ। ਮੇਰੀ ਬੇਨਤੀ ਹੈ, ਆਓ ਥੋੜਾ ਜਿਹਾ, ਹਾਲਾਂਕਿ ਇਹ ਸ਼ਬਦ ਇਸ ਸ਼ਲੋਕ ਦਾ ਤਤ ਭਾਵ ਹੈ ਕਿ ਨਾਨਕ ਮੁਸੈ ਗਿਆਨ ਵਿਖੋਣੀ, ਖਾਏ ਗਿਆ ਜਮਕਾਲ, ਤਤ ਭਾਵ ਹੀ। ਪਰ ਮੈਂ ਫਿਰ ਵੀ ਆਰੰਭ 'ਚ, ਅਸੀਂ ਆਰਤੀ ਦਾ ਸ਼ਬਦ ਪੜ੍ਹਨੇ ਆ ਰੋਜ਼ ਸੋਹਿਲਾ ਸਾਹਿਬ ਦੀ ਬਾਣੀ 'ਚ, ਜਿਹਨੂੰ ਚਲੋ ਕੀਰਤ ਸੋਹਿਲਾ, ਕੀਰਤਨ ਸੋਹਿਲਾ ਵੀ ਸ਼ਬਦ ਵਰਤਿਆ ਜਾਂਦਾ ਹੈ। ਤੇ ਦਾਸ ਨੇ ਅਰਜ਼ ਕੀਤੀ ਸੀ, ਗੁਰੂ ਗ੍ਰੰਥ ਸਾਹਿਬ 'ਚ ਸਿਰਫ ਸਰਲੇਖ ਕੇ ਸੋਹਿਲਾ, ਅਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਸੋਹਿਲਾ ਸਾਹਿਬ ਦਾ ਤੀਸਰਾ ਸ਼ਬਦ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰਾਗ ਧਨਾਸਰੀ ਵਿੱਚ ਫਿਰ ਦੁਬਾਰਾ ਆਇਆ ਹੈ। ਥੋੜਾ ਜਿਹਾ ਪਾਠ ਭੇਦ ਦੇ, ਪਰ ਅਰਥ ਦੋਨਾਂ ਸ਼ਬਦਾਂ ਦਾ ਇੱਕੋ ਹੈ। ਭਾਵੇਂ ਇਤਿਹਾਸ ਕਹਿੰਦਾ ਗੁਰੂਦੇਵ ਜੀ ਜਗਨਨਾਥਪੁਰੀ ਜਾਂਦੇ ਨੇ, ਕਿਉਂਕਿ ਮੈਂ ਸਾਖੀ ਨਹੀਂ, ਸਿਰਫ ਉਹ ਸ਼ਬਦ ਬੇਨਤੀ ਕਰਨੀ ਚਾਹੁੰਦਾ। ਜਗਨਨਾਥ ਮੂਰਤੀ ਹੈ, ਜਗਨਨਾਥ ਮੰਦਰ ਹੈ। ਇਹਦੇ ਅਖਰੀ ਅਰਥ ਨੇ ਜਗਤ ਦਾ ਨਾਥ। ਸੰਧਿਆ ਦਾ ਵੇਲਾ ਹੁੰਦਾ ਹੈ ਤੇ ਜਿਹੜੇ ਉੱਥੋਂ ਦੇ ਪਾਂਡੇ ਨੇ, ਉਹ ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਆਓ ਆਰਤੀ ਦਾ ਵਕਤ ਹੋ ਗਿਆ, ਆਰਤੀ ਦਾ ਵੇਲਾ ਹੋ ਗਿਆ, ਤੁਸੀਂ ਸਾਡੇ ਨਾਲ ਆਰਤੀ ਵਿੱਚ ਸ਼ਾਮਿਲ ਹੋਵੋ। ਦੇਖੋ ਸਤਿਗੁਰੂ ਜੀ ਜਾਂਦੇ ਨੇ। ਫਿਰ ਮੇਰੀ ਬੇਨਤੀ ਸੁਣਿਓ, ਗੁਰੂ ਨਾਨਕ ਸਾਹਿਬ ਦਾ ਹਰ ਥਾਂ ਤੇ ਜਾਣਾ, ਉਹਨੂੰ ਮਜ਼ਾਕ, ਉਹਨੂੰ ਅੰਦਰੋਂ ਕੋਰਾਪਣ, ਉਹਨੂੰ ਰੁੱਖਾਪਨ ਨਾ ਸਮਝਿਓ। ਜਿੱਥੇ ਮੇਰੇ ਗੁਰੂ ਨਾਨਕ ਸਾਹਿਬ ਗਏ, ਜੇ ਕਰਮ ਕਾਂਡ ਦਾ ਵਿਰੋਧ ਕੀਤਾ ਤੇ ਸੱਚ ਇਹ ਉਹਨਾਂ ਲੋਕਾਂ ਨੂੰ ਅੰਦਰੋਂ ਰਸ ਨਾਲ ਵੀ ਭਰ ਕੇ ਆਏ। ਹੁਣ ਆਪਾਂ ਸ਼ਬਦ ਵਰਤ ਦਿੰਦੇ, ਬਰੀਕੀ ਨੂੰ ਸੁਣਿਓ। ਮੈਂ ਕਥਾ ਕਰਦਿਆਂ ਕਹਿ ਦੇਣਾ, ਮੈਂ ਤਾਂ ਉਹ ਸੱਚ ਬੋਲਾਂਗਾ ਜਿਹੜੇ ਗੁਰੂ ਨਾਨਕ ਸਾਹਿਬ ਨੇ ਬੋਲਿਆ। ਚੇਤੇ ਰੱਖਿਓ, ਜਿੱਥੇ ਗੁਰੂ ਨਾਨਕ ਨੇ ਸੱਚ ਬੋਲਿਆ, ਉਦੋਂ ਬਾਅਦ ਦੋਨੋਂ ਸ਼ਾਂਤ ਹੋ ਗਏ। ਜਿੱਥੇ ਅਸੀਂ ਸੱਚ ਬੋਲਨੇ, ਉੱਥੇ ਸੰਗਤ ਆਪੇ ਹੀ ਡਾਂਗਾ ਕੱਢ ਲੈਂਦੀ। ਕਾਰਨ ਕੀ? ਉੱਥੇ ਦੁਫੇੜ ਪੈ ਜਾਂਦੇ ਨੇ, ਕਿਉਂਕਿ ਸਾਡੇ ਕੋਲ ਲਫ਼ਜ਼ ਗੁਰੂ ਨਾਨਕ ਵਾਲੇ ਨੇ, ਪਰ ਅੰਦਰ ਦਾ ਰਸ ਗੁਰੂ ਨਾਨਕ ਵਾਲਾ ਨਹੀਂ। ਫਿਰ ਸਮਝੋ ਇਸ ਗੱਲ ਨੂੰ। ਮੰਨ ਲਓ ਮੈਂ ਵੀ ਸੱਚ ਬੋਲ ਰਿਹਾ, ਮੈਂ ਸੱਚ ਕਹਿ ਰਿਹਾ, ਗੁਰੂ ਨਾਨਕ ਸਾਹਿਬ ਨੇ ਕਿਹਾ, ਪਰ ਕੀ ਉਸ ਸੱਚ ਸ਼ਬਦ ਦੇ ਪਿੱਛੇ ਮੇਰੇ ਕੋਲ ਸੱਚਾ ਆਚਾਰ ਹੈ? ਜੇ ਮੇਰੇ ਕੋਲ ਸੱਚਾ ਆਚਾਰ ਨਹੀਂ, ਮੇਰਾ ਸੱਚ ਕਿਹਾ ਹੋਇਆ ਸੋ ਕਾਲਡ ਸੱਚ, ਇਹ ਲੋਕਾਂ ਦੇ ਵਿੱਚ ਕਲੇਸ਼ ਪੈਦਾ ਕਰੇਗਾ। ਪਰ ਗੁਰੂ ਨਾਨਕ ਦੇ ਬੋਲੇ ਹੋਏ ਸੱਚ ਪਿੱਛੇ ਸੱਚ ਆਚਾਰ ਹੈ। ਸੱਚ ਇਹ ਬਾਂਗ ਦੇਣ ਵਾਲਾ ਵੀ ਗੁਰੂ ਨਾਨਕ ਦੇ ਚਰਨ ਪਕੜ ਲੈਂਦਾ ਹੈ, ਤੇ ਆਰਤੀ ਦੇ ਦੀਵੇ ਬਾਲਣ ਵਾਲਾ ਵੀ ਕਹਿੰਦਾ ਮੇਰਾ ਰਾਹਬਰ ਗੁਰੂ ਨਾਨਕ ਹੈ। ਫਿਰ ਬੇਨਤੀ, ਕਿਉਂਕਿ ਉਹਨਾਂ ਕੋਲ ਅੱਜ ਸਮੱਸਿਆ ਸਾਡੀ, ਅਸੀਂ ਬੰਦੇ ਨੂੰ ਤੋੜਨ ਵਾਸਤੇ ਸ਼ਬਦਾਵਲੀ ਵਰਤੇ ਹਾਂ, ਜੋੜਨ ਵਾਸਤੇ ਤਾਂ ਕੁਝ ਹੈ ਹੀ ਨਹੀਂ।
ਜੋੜਿਆ ਤਾਂ ਜਾ ਸਕੇਗਾ ਜੇ ਕਿਤੇ ਸੁਰਤ ਆਪਣੀ ਟਿਕਦੀ ਹੋਵੇਗੀ। ਹਜ਼ੂਰ ਗੁਰੂ ਨਾਨਕ ਸਾਹਿਬ ਜਾਂਦੇ ਨੇ, ਉਹ ਕਹਿੰਦੇ ਨੇ ਆਰਤੀ ਸ਼ਾਮਲ ਹੋ। ਕਹਾਣੀ ਨਹੀਂ ਕੇਵਲ ਉਹ ਥਾਲ 'ਚ ਪਾ ਕੇ ਦੀਵੇ, ਬਸ ਇਹ ਰਾਸ ਨਾਲ ਮਿਲਦੀ ਹੋਈ ਆਰਤੀ। ਕੁਝ ਕੁ ਮੋਤੀ ਸੁਗੰਧੀ ਵਾਲੀਆਂ ਚੀਜ਼ਾਂ ਰੱਖ ਕੇ ਮੂਰਤੀ ਨੂੰ ਚਵਰ ਕਰਦੇ ਨੇ ਤੇ ਨਾਲੇ ਉਹ ਅੱਗ ਦੇ ਥਾਲੀ ਨੂੰ ਘੁਮਾਉਂਦੇ ਨੇ, ਆਰਤੀ ਕੀਤੀ ਜਾਂਦੀ। ਮਹਾਰਾਜ ਬਾਹਰ ਆ ਜਾਂਦੇ ਨੇ। ਉਹ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਤੁਸੀਂ ਆਰਤੀ ਕਰਨ ਵਿੱਚ ਸ਼ਾਮਲ ਕਿਉਂ ਨਹੀਂ ਹੋਏ? ਅਸੀਂ ਆਰਤੀ ਕੀਤੀ, ਤੁਸੀਂ ਵਿੱਚ ਸ਼ਾਮਲ ਨਹੀਂ ਹੋਏ। ਸਤਿਗੁਰੂ ਕਹਿੰਦੇ ਨੇ ਨਹੀਂ, ਮੈਂ ਉਸ ਦੀ ਆਰਤੀ ਵਿੱਚ ਹਰ ਵਕਤ ਹੀ ਸ਼ਾਮਲ ਹੁੰਦਾ। ਕਹਿਣ ਲੱਗੇ ਉਸ ਦੀ ਆਰਤੀ, ਜਗਨਨਾਥ ਦੀ ਆਰਤੀ? ਕਹਿੰਦੇ ਬਿਲਕੁਲ। ਕਹਿੰਦੇ ਨੇ ਤੁਸੀਂ ਤਾਂ ਬਾਹਰ ਸੀ, ਸਾਡੇ ਕੋਲ ਸਾਕਾਰ ਮੂਰਤ। ਕਿ ਸਤਿਗੁਰੂ ਕਹਿੰਦੇ ਜਗਨਨਾਥ ਦਾ ਅਰਥ ਕੀ? ਜਗਨਨਾਥ ਦਾ ਅਰਥ ਹੈ ਜਿਹੜਾ ਜਗਤ ਦਾ ਮਾਲਕ ਹੈ, ਉਹ ਜਿਹੜਾ ਏਡੇ ਵਿਰਾਟ ਜਗਤ ਨੂੰ ਪੈਦਾ ਕਰੀ ਬੈਠਾ ਹੈ, ਉਹਨੂੰ ਮੂਰਤੀ 'ਚ ਬੰਦ ਕਰਕੇ ਨਿੱਕੀ ਜੀ ਥਾਲੀ ਨਾਲ ਉਹਦੀ ਆਰਤੀ ਉਤਾਰ ਸਕੋਗੇ? ਹੈ ਉਹ ਜਗਤ ਦਾ ਮਾਲਕ, ਆਰਤੀ ਤੁਸੀਂ ਕਿਵੇਂ ਉਤਾਰ ਰਹੇ ਹੋ? ਉੱਥੇ ਹਜ਼ੂਰ ਨੇ ਕਿਹਾ ਬਸ ਅੰਦਰ ਸ਼ਬਦ ਨੂੰ ਕਮਾ ਕੇ ਦੇਖੋ, ਆਓ ਮੇਰੇ ਨਾਲ ਦੇਖੋ। ਉਹਦੇ 2 ਦੀਵੇ ਪੈ ਬਲਦੇ ਨੇ, ਉਹ ਦੀਵਿਆਂ 'ਚ ਤੇਲ ਨਹੀਂ ਮੁੱਕਦਾ, ਉਹਨਾਂ ਦੀਵਿਆਂ 'ਚ ਘਿਓ ਨਹੀਂ ਪਾਉਣਾ ਪੈਂਦਾ। ਆਓ ਦੇਖੋ ਉਹਦੇ ਮੋਤੀ ਚਮਕਦੇ ਪਏ ਨੇ, ਉਹਦਾ ਥਾਲ ਹਮੇਸ਼ਾ ਹੀ ਭਰਪੂਰ ਰਹਿੰਦਾ ਹੈ। ਉਹਨਾਂ ਕਿਹਾ ਵੀ ਬੰਦਾ ਗੱਲਾਂ ਕਿਹੋ ਜਿਹੀਆਂ ਕਰਨ ਲੱਗ ਪਏ। ਉਹ ਸਾਰੇ ਇਕੱਠੇ ਹੋ ਗਏ। ਉੱਥੇ ਗੁਰਦੇਵ ਨੇ ਜਿਹੜਾ ਸ਼ਬਦ ਕਿਹਾ, ਤੁਸੀਂ ਸਾਰੇ ਪੜ੍ਹਦੇ ਹੋ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ। ਬਸ ਉਦਾਹਰਨ ਉਹੀ ਹੈ, ਰਾਸ ਲੀਲਾ ਵਿੱਚ ਅਰਥ ਹੋਰ ਕੀਤੇ ਗਏ, ਆਰਤੀ ਵਿੱਚ ਹੋਰ। ਹਾਲਾਂਕਿ ਆਰਤੀ ਦਾ ਅਰਥ ਵੀ ਹੁਣ ਭਾਵੇਂ ਅਸੀਂ ਆਪਣੀ ਮਰਜ਼ੀ ਨਾਲ ਇੱਕ ਸ਼ਬਦ ਭਗਤ ਧੰਨਾ ਜੀ ਦਾ ਵੀ ਪੜ੍ਹਿਆ ਜਾਂਦਾ, ਗੋਪਾਲ ਤੇਰਾ ਆਰਤਾ। ਤੇ ਉਹ ਅਸੀਂ ਸਾਰੇ ਕਹਿੰਦੇ ਹਾਂ ਜੀ ਉਹ ਜੱਟ ਸੀ ਨਾ ਜੀ, ਉਹਨੇ ਤਾਂ ਕਿਹਾ ਜੀ ਮੇਰਾ ਆਰਤਾ। ਐਵੇਂ ਬਚਕਨੀ ਗੱਲ ਨਾ ਕਰੀਏ। ਆਰਤਾ ਦਾ ਅਰਥ ਉੱਥੇ ਖਿਮਾ ਕਰਿਓ ਧੱਕੇ ਨਾਲ ਖਿੱਚ ਧੂ ਕੇ ਕਰ ਜਾਏ, ਬਹੁ ਗਿਣਤੀ 'ਚ ਪ੍ਰਭਾਵ ਪਾ ਕੇ। ਗੁਰੂ ਗ੍ਰੰਥ ਸਾਹਿਬ 'ਚ ਆਰਤ ਲਫ਼ਜ਼ ਦਾ ਆਖਰੀ ਅਰਥ ਹੈ ਦੁਖੀ, ਆਜ਼ਿਜ਼, ਮੰਗਤਾ। ਜੇ ਇਸ ਸ਼ਬਦ ਨੂੰ ਅਸੀਂ ਆਰਤੇ ਨੂੰ ਆਰਤੀ ਲਫ਼ਜ਼ ਨਾਲ ਜੋੜ ਕੇ ਅਰਥ ਕਰਾਂਗੇ ਤੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੁੰਦਾ ਭੁਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੁਰੀਆ, ਸਰਵਨ ਸੁਰਤ ਨੈਣ ਸੁੰਦਰ ਨਾਹੀ, ਆਰਤ ਦੁਆਰ ਰਟਤ ਪਿੰਗੁਰੀਆ। ਉੱਥੇ ਲਫ਼ਜ਼ ਆਰਤ ਹੈ। ਆਰਤ ਦਾ ਅਰਥ ਹੈ ਦੁਖਿਆਰਾ। ਖੈਰ ਮੈਂ ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਨੇ ਗਗਨ ਮੈਂ ਨਹੀਂ, ਮੈਂ, ਇਹਦਾ ਅਰਥ ਗਗਨ ਮਈ। ਇਹ ਸ਼ਬਦ ਮਈ ਵਰਤਨੇ ਕਰੀ। ਗਗਨ ਮੈਂ ਥਾਲ, ਆਹ ਦੇਖੋ ਵਿਸ਼ਵ ਦੇ ਨਾਥ ਜਗਤ ਦੇ ਨਾਥ ਦੀ ਆਰਤੀ ਹੋ ਰਹੀ। ਆ ਜਿਤਨਾ ਵੀ ਆਕਾਸ਼ ਹੈ, ਜਿਤਨਾ ਗਗਨ ਹੈ, ਇਹ ਪ੍ਰਮਾਤਮਾ ਦੀ ਆਰਤੀ ਵਾਸਤੇ ਥਾਲੀ ਬਣਿਆ ਹੋਇਆ। ਇੱਕ ਵਿਰਾਟ ਦੀ ਆਰਤੀ ਛੋਟੇ ਛੋਟੇ ਹੱਥਾਂ ਨਾਲ ਕੀ ਕਰ ਸਕਾਂਗੇ? ਉਸ ਵਿਰਾਟ ਦੀ ਆਰਤੀ ਕਰਨ ਲਈ ਸਾਜ਼ੋ ਸਮਾਨ ਵੀ ਵਿਰਾਟ ਚਾਹੀਦਾ। ਹਜ਼ੂਰ ਕਹਿੰਦੇ ਨੇ ਗਗਨ ਮੈਂ ਥਾਲ, ਗਗਨ ਰੂਪੀ ਥਾਲ ਵਿੱਚ ਸੂਰਜ ਤੇ ਚੰਦਰਮਾ 2 ਦੀਵੇ ਬਲਦੇ ਪਏ ਨੇ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਤਾਰਕਾ ਮੰਡਲ ਆ ਆਕਾਸ਼ ਵਿੱਚ ਜਿਹੜੇ ਤਾਰੇ ਟਿਮ ਟਮਾਉਂਦੇ, ਸੂਰਜ ਤੇ ਚੰਦਰਮਾ 2 ਦੀਵੇ ਨੇ, ਤੇ ਜਿਹੜੇ ਤਾਰੇ ਟਿਮ ਟਮਾਉਂਦੇ ਨੇ ਇਹ ਮੇਰੇ ਪਰਮਾਤਮਾ ਦੇ ਥਾਲ ਦੇ ਵਿੱਚ ਜਨਕ। ਜਨਕ ਦਾ ਅਰਥ ਇੱਥੇ ਜਾਣੋ, ਜਨਕ ਦਾ ਅਰਥ ਹੈ ਮਾਨੋ। ਇਹ ਸਾਰੇ ਮੰਨੋ ਕਿ ਉਹਦੇ ਥਾਲ 'ਚ ਪਾਏ ਹੋਏ ਮੋਤੀ ਨੇ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਮਹਾਰਾਜ ਕਹਿੰਦੇ ਨੇ ਕੈਸੀ ਆਰਤੀ ਹੋਏ, ਕਿਹੋ ਜੀ ਤੇਰੇ ਕਮਾਲ ਦੀ ਆਰਤੀ ਹੋ ਰਹੀ। हे परमात्मा, लोग समझ नहीं रहे, तेरी आरती तो जुगां जुगों तो हो रही है। अपनी पूजा अपनी आरती तो आप कर रहे हैं, सानू तो साजो समान इकट्ठे करन दी लोड़ नहीं, सिर्फ ओदी आरती विच शमूलीयत करन दी लोड़ है। गगन मैं थाल रव चंद दीपक बने, तारका मंडल जनक मोती, धूप मल आन लो पवन चवरो करे। इत्थे जिहड़ा शब्द है ना मन मल आन लो, दखन विच एक मालिया पर्वत है हिंदुस्तान विच खास, ਉਹਦੇ ਉੱਤੇ ਚੰਦਨ ਦੇ ਰੁੱਖ ਨੇ। ਜਦੋਂ ਕਹਿੰਦੇ ਨੇ ਹਵਾ ਚੱਲਦੀ ਏ ਤੇ ਚੰਦਨ ਦੀ ਸਮੈਲ ਹਵਾ 'ਚ ਮਿਲ ਕੇ ਅੱਗੇ ਲੰਘਦੀ, ਜਿੱਥੋਂ ਜਾਂਦੀ ਏ ਸੁਗੰਧੀ ਸੁਗੰਧੀ। ਮਹਾਰਾਜ ਕਹਿੰਦੇ ਕਾਹਦੀ ਧੂਪ ਪਾਲੀ ਬੈਠੇ ਹੋ, ਆਹ ਦੇਖੋ ਬਾਹਰ ਨਿਕਲ ਕੇ ਉਹਦੀ ਹਵਾ ਵਿੱਚ
ਉਹਦੇ ਪੈਦਾ ਕੀਤੇ ਕੋਈ ਮਾਲਿਆ ਪਰਬਤ ਤੇ ਜਿਹੜੇ ਚੰਦਨ ਦੇ ਰੁੱਖ ਨੇ, ਉਹਨਾਂ ਦੀ ਸੁਗੰਧੀ ਤਾਂ ਉਹਦੇ ਬ੍ਰਹਿਮੰਡ ਵਿੱਚ ਧੂਪ ਵੀ ਦਿੰਦੀ ਹੈ। ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਤੁਸੀਂ ਮੂਰਤੀ ਨੂੰ ਚੌਰ ਕਰ ਰਹੇ ਹੋ। ਧਿਆਨ ਨਾਲ ਦੇਖੋ, ਜਦੋਂ ਪਵਨ ਚੱਲਦੀ ਏ, ਆ ਬਨਾਸਪਤੀ ਦੇ ਪੇਡਿਆਂ ਦੀਆਂ ਟਾਹਣੀਆਂ ਖਿਲਦੀਆਂ ਨੇ। ਕਹਿੰਦੇ ਨੇ ਕਦੀ ਧਿਆਨ ਨਾਲ ਦੇਖੋ ਮੇਰੇ ਵਾਹਿਗੁਰੂ ਜੀ ਨੂੰ, ਇਹ ਸਾਰੀ ਪਵਨ ਚੌਰ ਪਈ ਕਰਦੀ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ। ਸਗਲ ਬਨ ਰਾਏ, ਆ ਜਿੰਨੇ ਵੀ ਜੰਗਲ ਨੇ, ਸਤਿਗੁਰੂ ਕਹਿੰਦੇ ਨੇ ਇਹਨਾਂ ਖਿੜੇ ਕੋਈ ਫੁੱਲ ਜਿਹੜੇ ਨੇ, ਇਹ ਆਰਤੀ ਵਿੱਚ ਰੱਬ ਵਾਸਤੇ ਫੁੱਲ ਨੇ। ਉਹਦੀ ਜੋਤ ਹਰ ਇੱਕ ਥਾਂ ਤੇ ਵਿਆਪਕ ਹੈ। ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਵਾਹ, ਕੈਸੇ ਕਮਾਲ ਦੀ ਆਰਤੀ ਹੋ ਰਹੀ। ਫਿਰ ਮੇਰੀ ਬੇਨਤੀ ਸੁਣਿਓ, ਆਮ ਤੌਰ ਤੇ ਅਸੀਂ ਅਰਥ ਜ਼ਰੂਰ ਕਰ ਦਿੰਦੇ ਹਾਂ ਬਾਣੀ ਦੇ। ਮੈਂ ਰੋਜ਼ ਇੱਕ ਹੋਕਾ ਦੇਣਾ ਪਿਆ, ਗੁਰਮਖੋ ਗੁਰਬਾਣੀ ਦੇ ਅਰਥਾਂ ਦੀ ਸਮਝ ਜਿੰਨੀ ਦੇਰ ਤੱਕ ਨਾਮ ਦਾ ਅਭਿਆਸ ਨਹੀਂ, ਸਮਝ ਨਹੀਂ ਪੈ ਸਕਦੀ। ਮੈਂ ਬੋਲ ਰਿਹਾ ਨੌਲੇਜ ਮੇਰੇ ਕੋਲ, ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸ਼ੇਰ, ਪਰ ਅਸਲ 'ਚ ਇਹਦਾ ਆਨੰਦ ਉਦੋਂ ਆਵੇਗਾ ਜਦੋਂ ਸ਼ਬਦ ਵਿੱਚ ਆਪਾਂ ਖੁਦ ਡੁੱਬਾਂਗੇ। ਸ਼ਬਦ ਉਹ ਹੀ ਰਹੇਗਾ। ਹਜ਼ੂਰ ਕਹਿੰਦੇ ਨੇ ਕੈਸੀ ਆਰਤੀ ਹੋਏ, ਕਿਹੋ ਜੀ ਕਮਾਲ ਦੀ ਆਰਤੀ ਹੋ ਰਹੀ ਹੈ। ਭਵ ਖੰਡਨਾ, ਇਹ ਜਨਮ ਨੂੰ ਦੁੱਖ ਨੂੰ ਕੱਟਣ ਵਾਲੇ ਵਾਹਿਗੁਰੂ, ਇਹ ਜਗਤ ਦੇ ਨਾਥ, ਇਹਨਾਂ ਨੂੰ ਨਹੀਂ ਸਮਝ। ਇਹ ਸੌੜੀ ਬੁੱਧੀ ਵਾਲੇ ਆਰਤੀਆਂ ਕਰਦੇ ਪਏ ਨੇ ਦੀਵੇ ਬਾਲ ਬਾਲ ਕੇ, ਪਰ ਤੇਰੇ ਦੀਵੇ ਤਾਂ ਬੁਝਦੇ ਕਦੀ ਨਹੀਂ। ਤੇਰੇ ਮੋਤੀ ਕਦੀ ਪੁਰਾਣੇ ਨਹੀਂ ਹੋਏ, ਤੇਰੀ ਧੂਪ ਕਦੀ ਤੁਖਾਣੀ ਨਹੀਂ ਪਈ, ਵਾਰ-ਵਾਰ ਚੌਰ ਨਹੀਂ ਲਿਆਉਣੀ ਪੈਂਦੀ। ਨਿਰਗੁਣ ਨਿਰਾਕਾਰ ਤੇਰੀ ਆਰਤੀ ਆਪਣੇ ਆਪ ਹੋ ਰਹੀ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ। ਉਹਨਾਂ ਕਿਹਾ ਚਲੋ ਇਹ ਤਾਂ ਕਹਿ ਦਿੱਤਾ ਸੂਰਜ ਚੰਦਰਮਾ ਦੀਵੇ ਨੇ, ਤਾਰੇ ਮੋਤੀ ਨੇ, ਹਵਾ ਜਿਹੜੀ ਸੁਗੰਧੀ ਵਾਲੀ ਇਹ ਧੂਪ ਹੈ, ਪਰ ਸਾਨੂੰ ਦੱਸ ਅਸੀਂ ਤਾਂ ਨਫੀਰੀਆਂ ਵੀ ਵਜਾਨੇ ਪਏ, ਵਾਜੇ ਵੀ ਵਜਾਨੇ, ਆ ਤੂਤੀਆਂ ਸੰਖ ਵਜਾਨੇ ਪਏ। ਸਤਿਗੁਰੂ ਕਹਿੰਦੇ ਨੇ ਬਾਹਰ ਦੇ ਸੰਖ ਵਜਾਉਣ ਵਾਲਿਓ ਕਿੰਨਾ ਚਿਰ ਵਜਾਓਗੇ ਤੁਸੀਂ? ਅੱਧਾ ਘੰਟਾ ਇੱਕ ਘੰਟਾ ਨਾਦ ਛੇੜਦੇ ਹੋ, ਪਰ ਤੁਹਾਨੂੰ ਜੇ ਕਿਤੇ ਅੰਦਰ ਦਾ ਧੁਨੀ ਸੁਣ ਦੀ ਜਾਂਚ ਆ ਜਾਏ, ਸੱਚ ਵੇ ਜਿੰਨੇ ਸਰੀਰ ਨੇ ਇਹ ਸਾਰੇ ਸਾਜ਼ ਨੇ, ਹਰ ਸਰੀਰ ਦੇ ਵਿੱਚ ਮੇਰੇ ਪਰਮਾਤਮਾ ਦੀ ਅਨਹਦ ਨਾਦ ਦੀ ਭੇਰੀ ਵੱਜਦੀ ਪਈ ਹੈ। ਦੇਖੋ ਕੈਸੀ ਉੱਚੀ ਸੁਰ। ਹੁਣ ਉਹ ਨਾਦ ਜਿਹੜਾ ਮੇਰੇ ਤੁਹਾਡੇ ਸਭ 'ਚ ਵੱਜ ਰਿਹਾ, ਹਜ਼ੂਰ ਕਹਿੰਦੇ ਨੇ ਉਹਦੀ ਆਰਤੀ ਦਾ ਸੰਗੀਤ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ। ਅੱਗੇ ਧਿਆਨ ਨਾਲ ਸੁਣਿਓ, ਉਹਨਾਂ ਕਿਹਾ ਸਾਡੇ ਕੋਲ ਤਾਂ ਸਕਾਰ ਮੂਰਤੀ, ਤੁਸੀਂ ਤਾਂ ਅਦ੍ਰਿਸ਼ਟ ਦੀ ਗੱਲ ਪੈ ਕਰਦੇ ਹੋ। ਸਾਡੀ ਮੂਰਤੀ ਦੀਆਂ ਅੱਖਾਂ ਨੇ, ਸਾਡੀ ਮੂਰਤੀ ਦੇ ਹੱਥ ਨੇ। ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਧਿਆਨ ਨਾਲ ਦੇਖੋ, ਹਜ਼ਾਰਾਂ ਅੱਖਾਂ ਵਿੱਚੋਂ ਮੇਰਾ ਜਗਨਨਾਥ ਦੇਖ ਰਿਹਾ ਹੈ। ਇਹ ਸ਼ਬਦ ਦੇ ਇਹਨਾਂ ਤੁਕਾਂ ਦੇ ਅਰਥ ਕਰ ਲਈ ਨਾ, ਸਾਨੂੰ ਇਸ ਤੋਂ ਅਗਲੀ ਇੱਕ ਤੁਕ ਜ਼ਰੂਰ ਪਹਿਲਾਂ ਲੈਣੀ ਪੈਗੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਹਰ ਇੱਕ ਦੇ ਅੰਦਰ ਉਹਦਾ ਚਾਨਣ ਹੈ। ਗੁਰੂ ਸਾਹਿਬ ਕਹਿੰਦੇ ਨੇ ਆ ਪੱਥਰ ਦੀ ਮੂਰਤੀ ਨੂੰ ਅੱਖਾਂ ਲਾ, ਕਹਿੰਦੇ ਉਹ ਅੱਖਾਂ ਦੇਖ ਰਹੀਆਂ ਨੇ, ਕਹਿੰਦੇ ਨੇ ਤਾਂ ਕਦੀ ਝਮਕੀਆਂ ਵੀ ਨਹੀਂ। ਜਿਸ ਤਰ੍ਹਾਂ ਦੀ ਮੂਰਤੀ ਦੀ ਬਣਾ ਗਿਆ ਉਹੋ ਜਿਹੀਆਂ। ਕਹਿੰਦੇ ਨੇ ਮੇਰੇ ਜਗਤ ਦੇ ਨਾਥ ਦੀਆਂ ਹਜ਼ਾਰਾਂ ਮੂਰਤੀਆਂ ਨੇ, ਇੱਕ ਵੀ ਮੂਰਤ ਨਹੀਂ। ਫਿਰ ਸੁਣਿਓ, ਜਦੋਂ ਸਾਹਮਣੇ ਜੋਤ ਜੋਤ ਹੈ ਸੋਏ, ਜਿੰਨੇ ਸਰੀਰ ਨੇ ਇਹ ਮੇਰੇ ਪਰਮਾਤਮਾ ਦੀ ਆਪਣੀ ਮੂਰਤ ਹੈ। ਤੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਭਾਈ ਨੰਦ ਲਾਲ ਸਾਹਿਬ ਦੀ ਇੱਕ ਗਜ਼ਲ ਦਾ ਸ਼ੇਰ ਹੈ। ਉਹ ਕਹਿੰਦੇ ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ। ਜੇ ਤੇਰਾ ਦਿਲ ਸਾਫ਼ ਹੈ, ਤੇਰਾ ਮਹਿਬੂਬ ਤੇਰੇ ਦਿਲ 'ਚ ਹੈ। ਚਸ਼ਮ ਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ। ਜੇ ਤੇਰੀ ਅੱਖ ਮੈਲੀ ਨਹੀਂ ਤੇ ਹਰ ਪਾਸੇ ਪਿਆਰੇ ਦਾ ਦੀਦਾਰ ਹੀ ਪਿਆ ਹੋਇਆ ਹੈ। ਇਹਨੂੰ ਬੁੱਲੇ ਨੇ ਕਿਹਾ ਸੀ, ਬੁੱਲਿਆ ਸ਼ੌ ਤੇਰੇ ਤੋਂ ਵੱਖ ਨਹੀਂ, ਬਿਨ ਸ਼ੌ ਦੇ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਤਾਂ ਹੀ ਤਾਂ ਜਾਨ ਸੁਕੇਂਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਫਿਰ ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਨੇ ਜਿਹੜੀ ਜੋਤ ਤੁਹਾਡੇ 'ਚ ਮੇਰੇ 'ਚ ਵਰਤ ਰਹੀ ਹੈ, ਇਹ ਸਾਰੀ ਪਰਮਾਤਮਾ ਦੀ ਆਪਣਾ ਉਹਦੀ ਮੂਰਤ ਹੈ। ਸਤਿਗੁਰੂ ਕਹਿੰਦੇ ਨੇ ਹਜ਼ਾਰਾਂ ਨੇਤਰਾਂ 'ਚੋਂ ਦੇਖ ਰਿਹਾ, ਪਰ ਇੱਕ ਵੀ ਨੇਤਰ ਨਹੀਂ ਨਿਰਗੁਣਤਾ। ਹਜ਼ਾਰਾਂ ਉਹਦੇ ਪੈਰ ਨੇ, ਮੈਲੇ ਕਦੀ ਨਹੀਂ ਹੁੰਦੇ, ਪਰ ਇੱਕ ਵੀ ਪੈਰ ਨਹੀਂ ਉਹਦਾ। ਇਹ ਬਚਨ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ।
सहस तव नैन नन नैन कह तोहे को सहस मूरत नन्ना एक तोही। सहस का अर्थ है हज़ार, तेरिया हज़ारां अखां ने। प्यारिओ फिर इनू मेरी बेनती नू सुनियो, शब्द थोड़ा जिहा गहरा है। जदों वो निर्गुण है कुछ भी नहीं, मुख ना मसारे ਉਹਦਾ कुछ नहीं, पर जदों आप जी ਉਹਦੀ सरगुण च झलक पाओगे, पर सरगुण ਦੀ बाहर ਦੀ झलक ਤਾਂ ਪੈਗੀ ਜੇ अंदर ਦੀ झलक ਹੋਵੇਗੀ। ਤਾਂ अंदर तो बिना बाहर दवैश च दिसदा, जे अंदर घर सुख वसिया बाहर सुख पाया। फिर बेनती सुनो, मैं चलो एक होर प्रमाण दे देना। ये सारी खेड बाहर का जो कुछ है ना, ये साडे अंदर ते निर्भर करता। मैं एक बार अर्ज की सी, जैसी दृष्टि तैसी सृष्टि। एक रुख दे थल्ले 4 बंदे बैठे जी, संसार एक ही है। वो चारे गर्मी च आराम पे करन ते हवा चली। हवा चलने नाल रुख दियां टाहनियां आपस च खैन लगियां, पत्तियां दा खड़ाक शुरू हो गया। उन्हां विच एक कवि सी, उठ के बैठ गया, कहंदा वेखो परमात्मा दी कुदरत, इहदियां तां शाखावां भी कविता रचदियां पईयां ने, ये मात्रा ही नहीं कटन देंदियां। कमाल दी गल, इक्को जी रिदम इक्को जी लै। वो कहंदा रब दी रची होई रचना ये सारी कविता कर रही। दूजा संगीतकार उन्हें देखिया, वो उठ के बैठ गया, कहंदा कल्ली कविता नहीं, तू ध्यान नाल सुर, इहदे पत्तियां विचों सुरां दी आवाज़ पई आउंदी है। ये पत्ते संगीत कर रहे हैं, ये 7 सुरां च आवाज़ दे रहे हैं, ये रिदम च बोल रहे हैं, लह च बोल रहे हैं। कवि कहंदा पत्ते कविता रच रहे हैं, संगीतकार कह रहा है कि असल च पत्तियां विचों सुरां दी आवाज़ आउंदी है। इन्नी देर नूं तेज़ हवा चली, एक पत्ता टुट के जमीन ते डिग्गा। उत्थे एक बैरागी बैठा सी, रो पिया, कहंदा लोको कल्ला बंदे नहीं मरना, इत्थे जो कुछ रब ने पैदा किया हर चीज़ ने एक दिन बिनसना है। उन्हें टुटे हुए पत्ते नूं कहा दुनिया नाशवंत है। हुण रुख इक्को वे, तिन्नां दी व्याख्या वखरी। एक नूं रुख दी आवाज़ विचों संगीत सुनाई दे रहा है, एक नूं रुख दे पत्तियां दे विचों कविता नज़म सुनाई दे रही है, एक नूं रुख दा पत्ता टुटा ते नाशवंता दिस रही। जिन्हों बाबा साहब ने बाणी च कहा, रुत फिरी वन कंबिया पत झड़े चढ़पाहे, चारे कुंडा ढूंढियां रहन कथाऊं नाखे। पत्ता टुट गया, नाशवंत है। एक घरों लड़ के आया सी मापियां नाल, वो दुखी बड़ा सी, अंदरों कलपिया सी। जदों तिन्ने जने सिफतां करी जान, संगीत है कविता है, रब रचनी कोई रचना च नाशवंता की गल करदा है, वो इन्ना दुखी हो गया, कहंदा चुप कर जो नकम्मिओ। कहंदा कल्ला मैं नहीं घर तो लड़ के आया, इत्थे पत्ता पत्ता ही लड़दा पिया है। हुण एक रुख है, मैं बेनती करा सब दी दृष्टि को नहीं। संसार वो कुछ है जो कोई तुसी अंदरों सोच रहे हो, इत्थे कुछ भी गंदा नहीं। जे अंदर गंद है तो प्यारिओ कुछ भी चंगा नहीं, जे अंदर निर्मल है तो इस संसार विच रंचक मात्र मैल ने। फिर थोड़ा जिन्हों गहरा सोचियो, मेरी बेनती नूं सुनियो। जे अंदर पवित्र है, मैं प्रमाण देन लगा बाणी चों, ते गुरु ग्रंथ साहिब च एक आवाज़ आउंदी, अज ना सुती कंत स्यों अंग मुड़े मुड़ जाए, जाए पुछो डुहागणी तुम क्यों रहन व्याए। अंदर इन्ना पवित्र, इन्ना निर्मल, कहते ने अज पति नहीं घर च आया, सारा शरीर बदन थकिया पिया टुटिया पिया, क्योंकि वह वसल नहीं मिलिया। अंदर निर्मल होए ते काम की वासना का मिलाप भी राम बन जाता है। प्यारे जे अंदर मैला होवे ते राम की गल करदा होया भी बंदा काम विच प्रवृत्त हो जाता है। सुनने वाली बेनती, हुण अंदर इन्ना पवित्र होवे। मैं अर्ज की, दिल अगर दाना बवद अंदर कनारश यार हस्त, तेरा दिल साफ कोई नहीं, यार तां तेरे अंदर ही बैठे। फिर बेनती करा, जदों निर्गुण च देखोगे कुछ नहीं, सरगुण च देखोगे वह सब कुछ है। आ तुहाडियां अखां च मेरियां अखां च कौन बैठा है? एक जोत सारियां विच व्यापक है। मैं फिर बेनती करा, आने वाला समा जदों जदों शब्द दे अभ्यासी शब्द की कमाई करनगे, ये राज ये परतां खुलणगियां। जदों असीं कहने ना जी दुनिया दुखी है, तो सिख कहते हैं नानक नाम चढ़दी कला तेरे भाणे थरवादा पड़ा। क्यों सर्व सुख हो वैसी कहने नहीं, यदा एक कारण ने। मैं तुसी शरीरक तौर पर भिन्न खां थोड़े जे, हालांकि बनतर पक्षों भिन्न नहीं, रूप करके असी भिन्न खां,
क्योंकि काला कोई गोरा कोई फीना कोई कनक वेना, पर अंदरूनी तौर ते असी सारे एक सारे एक दूजे नाल बझे हाँ। फिर सुनियो, जदों एक पवित्र आत्मा किते भिज के कहती है सरबत दा भला होवे, ओदी आत्मा सर्व व्यापक हो जाती है, ओदे बोले होए बोल नाल सच्ची मुच्ची सारी लुकाई दा भला हो जाता है। फिर मेरी बेनती समझ गया आप जी, एक है सारियां थमां ते। हजूर ने कहा निर्गुण च कुछ नहीं, कहा नेत्र नहीं कुछ नहीं, पर जदों सरगुण च आउंदा उदों तां कहंदे ने तू इस तरह तुरना जिवें मस्त हाथी चलदा पे। कमाल दी गल, जदों सरगुण च देखते हैं कहते अखां इस तरह सोहणियां जिवें खरनी दियां अखां। असी बचन पढ़ने ना, तेरी चाल सुहावी मधुराड़ी बाणी, कोकन कोकला तरल जवानी, मैं प्रकरण चो दूर ना निकला। सतगुरु कहते हैं कैसी आरती होए भव खंडना तेरी आरती, अनहता शब्द वाचंत पेरी, सहस तव नैन नन नैन कह तोहे को, सहस मूर्त नन्ना एक तो ही, सहस पद बिमल नन एक पद विश्राम, गंध बिन सहस तव गंध इव चलत मोही, तेरे हजारां पैर। महाराज कहते सब मैं जोत जोत है सोए, तिसदा चानन सब मैं चन्न होए। सतगुरु तुसी आरती कह रहे हो रही है, कहते ने एक गुरु की सिक्ख्या तो बिना आरती की समझ नहीं पैंदी। गुरसाखी जोत प्रगट होए, ज्योतिष भावै सो आरती होए, हर चरण कवल मुकरंद लोभित मनो, अंदिनो मोहे आई प्यासा, कृपा जल दे नानक सारंग को, होए जाते तेरा नाए वासा। मैं बेनती करा, जिस तरह आरती सर्व व्यापक दी हो रही है, पर इस गल नूं गुरु ने रास च लै लिया।